ਹੈਲੋ ਡੀਅਰ ਸਟੂਡੈਂਟਸ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟਾ ਅੱਜ ਮੈਂ ਜਿਹੜੀ ਵੀਡੀਓ ਲਈ ਹੈ ਇਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਰਿਵੀਜ਼ਨ ਆਫ ਅਪ੍ਰੈਲ ਐਂਡ ਮੇ ਸਿਲੇਬਸ ਕਲਾਸ 10th। ਬੇਟਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬਾਈ ਮੰਥਲੀ ਟੈਸਟ ਤੁਹਾਡੇ ਜੁਲਾਈ 'ਚ ਹੋਣ ਜਾ ਰਿਹਾ ਹੈ ਔਰ ਬੇਸਿਕਲੀ ਇਹਦੇ ਵਿੱਚ ਅਪ੍ਰੈਲ ਤੇ ਮੇ ਦਾ ਸਿਲੇਬਸ ਹੈ ਉਹ ਆ ਰਿਹਾ ਹੈ ਸਾਰੀ ਕਲਾਸਿਸ ਲਈ। ਤਾਂ ਮੈਂ ਇੱਕ ਵਾਰੀ ਇਸ ਵੀਡੀਓ 'ਚ ਥੋੜੀ ਜਿਹੀ ਸਟ੍ਰੈਟਜੀ ਬਣਾਈ ਹੈ ਕਿ ਕਿੱਦਾਂ ਤੁਸੀਂ ਅਪ੍ਰੈਲ ਤੇ ਮਈ ਦਾ ਸਿਲੇਬਸ ਕਵਰ ਕਰ ਪਾਓ। ਪਲੱਸ ਇਹਦੇ ਵਿੱਚ ਮੈਂ ਤੁਹਾਨੂੰ ਦੱਸਣ ਜਾਵਾਂਗੀ ਕਿ ਕੀ ਪੇਪਰ ਪੈਟਰਨ ਤੁਹਾਡਾ ਜਿਹੜਾ ਹੈ ਉਹ ਇੱਕ ਸੈਟਅਪ ਕੀਤਾ ਗਿਆ ਹੈ, ਕਿੰਨੇ ਕੁਐਸਚਨਸ ਤੁਹਾਨੂੰ ਆਣੇ ਹੈ। ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਵਟ ਟਾਈਪ ਆਫ ਕੁਐਸਚਨਸ, ਕਿ ਜੇ 1 ਨੰਬਰ ਦਾ ਕੁਐਸਚਨ ਹੈ ਤਾਂ ਕਿੱਦਾਂ ਦਾ ਕੁਐਸਚਨ ਆਏਗਾ, 2 ਨੰਬਰ ਦਾ ਕੁਐਸਚਨ ਹੈ ਤਾਂ ਕਿੱਦਾਂ ਦਾ ਕੁਐਸਚਨ ਆਏਗਾ, ਤੇ 3 ਨੰਬਰ ਦਾ ਕੁਐਸਚਨ ਹੈ ਤਾਂ ਕਿੱਦਾਂ ਦਾ ਕੁਐਸਚਨ ਆਏਗਾ। ਪਰ ਸਭ ਤੋਂ ਪਹਿਲੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨੀ ਹਾਂ ਤੁਹਾਡੇ ਅਪ੍ਰੈਲ ਤੇ ਮਈ ਦੇ ਸਿਲੇਬਸ ਦੀ। ਬੇਟਾ ਤੁਹਾਨੂੰ ਜਿੱਦਾਂ ਕਿ ਪਤਾ ਹੈ ਕਿ 10ਵੀਂ ਜਮਾਤ ਲਈ ਜਿਹੜਾ ਅਪ੍ਰੈਲ ਤੇ ਮਈ ਦਾ ਸਿਲੇਬਸ ਹੈ ਉਹ ਹੈ ਭੌਤਿਕ ਵਿਗਿਆਨ, ਯਾਨੀ ਫਿਜ਼ਿਕਸ ਦੇ 2 ਚੈਪਟਰ ਹੈ, ਲੈਸਨ 10 ਤੇ 11th। ਬੇਟਾ 10th ਲੈਸਨ ਹੈ ਪ੍ਰਕਾਸ਼ ਦਾ ਪਰਾਵਰਤਨ, ਦੈਟ ਇਜ਼ ਰਿਫਲੈਕਸ਼ਨ ਐਂਡ ਅਪਵਰਤਨ, ਠੀਕ ਹੈ, ਰਿਫਰੈਕਸ਼ਨ। ਉਸ ਤੋਂ ਬਾਅਦ 11ਵਾਂ ਪਾਠ ਹੈ ਮਨੁੱਖੀ ਅੱਖ ਅਤੇ ਰੰਗ ਬਰੰਗਾ ਸੰਸਾਰ, ਦੈਟ ਇਜ਼ ਆਈ। ਐਂਡ ਜਿਹੜੇ ਅਬ ਮੈਂ ਕੈਮਿਸਟਰੀ ਦੀ ਗੱਲ ਕਰਾਂ ਤੇ 2 ਚੈਪਟਰ ਨੇ, ਪੰਜਵਾਂ ਤੇ ਪਹਿਲਾ। ਪੰਜਵਾਂ ਹੈਗਾ ਤੱਤਾਂ ਦਾ ਵਰਤੀ ਵਰਗੀਕਰਨ, ਯਾਨੀ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟ। ਪਹਿਲਾ ਹੈਗਾ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ, ਦੈਟ ਇਜ਼ ਯੂਅਰ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਤੇ ਜੀਵ ਵਿਗਿਆਨ ਦਾ ਇੱਕੋ ਹੀ ਚੈਪਟਰ ਹੈ, ਦੈਟ ਇਜ਼ ਸਾਡਾ ਵਾਤਾਵਰਨ, ਜਿਹਨੂੰ ਅਸੀਂ ਆਵਰ ਇਨਵਾਇਰਮੈਂਟ ਵੀ ਕਹਿੰਦੇ ਹਾਂ। ਬੇਟਾ ਇਹ ਸਾਰੇ ਚੈਪਟਰਸ ਤੇ ਮੈਂ ਵੀਡੀਓਜ਼ ਬਣਾਈਆਂ ਹੋਈਆਂ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਪੇਪਰ ਪੈਟਰਨ ਦੀ। ਬੇਟਾ 6ਵੀਂ ਤੋਂ 10ਵੀਂ ਤੱਕ ਇੱਕੋ ਹੀ ਪੇਪਰ ਪੈਟਰਨ ਦੇ ਅਕੋਰਡਿੰਗ ਬਾਈ ਮੰਥਲੀ ਪੇਪਰ ਆਏਗਾ। ਔਰ ਸਾਇੰਸ ਦਾ 6ਵੀਂ ਤੋਂ 10ਵੀਂ ਦਾ ਜਿਹੜਾ ਪੇਪਰ ਹੈ ਉਹ ਪ੍ਰਸ਼ਨਾਂ ਦੇ ਅੰਕ ਤੁਹਾਨੂੰ ਦਿੱਤੇ ਹੈ ਅਤੇ ਪ੍ਰਸ਼ਨਾਂ ਦੀ ਗਿਣਤੀ। ਜੇ ਮੈਂ ਬੇਟਾ ਗੱਲ ਕਰਾਂ ਤੇ ਪ੍ਰਸ਼ਨ 1 ਦਾ ਅੰਕ 1 ਨੰਬਰ ਦੇ ਤੁਹਾਨੂੰ 8 ਪ੍ਰਸ਼ਨ ਆਣਗੇ। ਤੇ ਇੱਥੇ ਸਿੰਪਲ ਜੀ ਗੱਲ ਹੈ, ਜੇ 1 ਨੰਬਰ ਦੇ ਤੁਹਾਨੂੰ 8 ਪ੍ਰਸ਼ਨ ਆਣਗੇ ਤੇ 1 ਗੁਣਾ 8 ਯਾਨੀ 8 ਮਾਰਕਸ ਦੇ ਇਹ ਹੋਣਗੇ। ਅੱਗੇ ਗੱਲ ਕਰਾਂਗੀ 2 ਨੰਬਰ ਦੇ 3 ਪ੍ਰਸ਼ਨ ਆਣਗੇ ਤੇ ਯਾਨੀ 2 ਗੁਣਾ 3 6, ਠੀਕ ਹੈ। ਔਰ 3 ਨੰਬਰ ਦੇ ਤੁਹਾਨੂੰ 2 ਪ੍ਰਸ਼ਨ ਆਣਗੇ, 3 ਗੁਣਾ 2 ਦੈਟ ਇਜ਼ 6 ਅਗੇਨ, ਤੇ 12 ਤੇ ਜਮਾ 8 20 ਮਾਰਕਸ ਦਾ ਬੇਟਾ ਤੁਹਾਡਾ ਪੇਪਰ ਹੋਏਗਾ, ਠੀਕ ਹੈ। ਔਰ ਇਹ ਪੈਟਰਨ 6ਵੀਂ ਤੋਂ 10ਵੀਂ ਸਾਰੀ ਕਲਾਸਾਂ ਲਈ ਲਾਗੂ ਹੈ ਬੇਟਾ, ਕਿ 1 ਨੰਬਰ ਦੇ ਜਿਹੜੇ ਹੈ ਉਹ 8 ਪ੍ਰਸ਼ਨ ਆਣੇ ਹੈ, 2 ਨੰਬਰ ਦੇ ਜਿਹੜੇ 3 ਪ੍ਰਸ਼ਨ ਆਣੇ ਹੈ, 3 ਨੰਬਰ ਦੇ ਜਿਹੜੇ 2 ਪ੍ਰਸ਼ਨ ਆ ਰਹੇ ਹੈ। ਬੇਟਾ ਆਓ ਹੁਣ ਆਪਾਂ ਪੇਪਰ ਪੈਟਰਨ ਦੀ ਗੱਲ ਕਰੀਏ। ਤੇ ਅੱਜ ਜਿਹੜਾ ਹੈ ਇੱਕ ਪ੍ਰੈਕਟਿਸ ਪੇਪਰ ਆਇਆ ਹੈ 10ਵੀਂ ਦਾ, ਉਹਦੇ ਹੀ ਕੁਝ ਕੁਐਸਚਨਸ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹਨੀ ਹਾਂ ਬੇਟਾ, ਪੇਪਰ ਦਾ ਸਮਾਂ ਹੈ 1.5 ਘੰਟਾ। ਜੋ ਪ੍ਰੈਕਟਿਸ ਪੇਪਰ ਅੱਜ ਆਇਆ ਹੈ ਉਹਦੇ ਤੇ ਪੇਪਰ ਦਾ ਸਮਾਂ 1.5 ਘੰਟਾ ਲਿਖਿਆ ਹੋਇਆ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਥੋੜਾ ਜਿਹਾ ਪੇਪਰ ਦੇ ਪੈਟਰਨ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਭਾਗ ਉਹ ਹੋਏਗਾ ਜਿਹਦੇ ਵਿੱਚ ਮਲਟੀਪਲ ਚੁਆਇਸ, ਜਿਹਨੂੰ ਆਪਾਂ ਬਹੁ ਵਿਕਲਪੀ ਪ੍ਰਸ਼ਨ ਉੱਤਰ ਕਹਿੰਦੇ ਹਾਂ। ਬਹੁ ਵਿਕਲਪੀ ਯਾਨੀ ਕਿ ਇੱਕ ਪ੍ਰਸ਼ਨ ਦੀਆਂ 4-4 ਆਪਸ਼ਨਸ ਹੋਣਗੀਆਂ। ਕੁੱਲ ਇਹ ਪ੍ਰਸ਼ਨ 8 ਹੋਣਗੇ, ਯਾਨੀ ਤੁਹਾਡਾ ਜਿਹੜਾ ਭਾਗ ਉਹ ਹੈ ਉਹ 8 ਨੰਬਰ ਦਾ ਹੋਏਗਾ। ਹੁਣ ਮੈਂ ਤੁਹਾਨੂੰ ਇੱਥੇ ਟਾਈਪਸ ਆਫ ਜਿਹੜੇ ਪ੍ਰਸ਼ਨ ਦੱਸ ਦਿੰਨੀ ਹਾਂ। ਮੰਨ ਲਓ ਕਿ ਪ੍ਰਸ਼ਨ ਆ ਸਕਦਾ ਹੈ ਅਵਤਲ ਦਰਪਣ ਦਾ ਉਪਯੋਗ ਹੁੰਦਾ ਹੈ। ਬੇਟਾ ਜਦੋਂ ਇਹ ਪ੍ਰਸ਼ਨ ਤੁਹਾਨੂੰ ਆ ਗਿਆ, ਇਹਦੇ ਥੱਲੇ 4 ਤੁਹਾਨੂੰ ਚੁਆਇਸਿਸ ਦਿੱਤੀਆਂ ਹੋਣਗੀਆਂ। ਕਿੰਨੀਆਂ ਚੁਆਇਸਿਸ ਦਿੱਤੀਆਂ ਹੋਣਗੀਆਂ? 4। ਜਿੱਦਾਂ ਕਿ ਮੰਨ ਲਓ ਵਾਹਨਾਂ ਦੇ ਹੈਡਲਾਈਟਸ, ਹੈ ਨਾ। ਮੈਂ ਤੁਹਾਨੂੰ ਮੇਨ ਪੁਆਇੰਟ ਲਿਖ ਦਿੰਦੀ ਹਾਂ। ਵਾਹਨਾਂ ਦੇ ਹੈਡਲਾਈਟਸ, ਠੀਕ ਹੈ। ਦੂਜਾ ਮੈਂ ਤੁਹਾਨੂੰ ਕਹਿ ਦਿੰਦੀ ਹਾਂ ਕਿ ਇਹਨੂੰ ਸ਼ੇਵਿੰਗ ਦਰਪਣ, ਸ਼ੇਵਿੰਗ ਲਈ ਵਰਤਦੇ ਹਾਂ। ਤੀਜਾ ਜੇ ਮੈਂ ਤੁਹਾਨੂੰ ਕਹਾਂ ਤੇ ਸੂਰਜੀ ਭੱਠੀਆਂ ਲਈ, ਠੀਕ ਹੈ। ਔਰ ਚੌਥੀ ਆਪਸ਼ਨ ਤੁਹਾਨੂੰ ਦੇ ਦਿੱਤੀ ਗਈ ਹੈ ਉਪਰੋਕਤ ਸਾਰੇ,
बेटा इस गल का तुसी ध्यान रखना है कि ਤੁਹਾਨੂੰ ਉਪਰੋਕਤ ਸਾਰੇ ਵੀ ਦਿੱਤੇ ਗਏ। ਹੁਣ ਮੈਂ ਇੰਗਲਿਸ਼ 'ਚ ਕੁਐਸਚਨ ਪੜ੍ਹਨ ਜਾ ਰਹੀ ਹਾਂ, ਜਿੱਦਾਂ ਕਿ ਇੰਗਲਿਸ਼ 'ਚ ਤੁਹਾਨੂੰ ਪਤਾ ਹੈ ਕਿ ਅਵਤਲ ਦਰਪਣ ਨੂੰ ਕਨਕੇਵ ਮਿਰਰ ਕਹਿੰਦੇ ਹਨ। ਕਨਕੇਵ ਮਿਰਰ ਇਜ਼ ਯੂਜ਼ਡ ਇਨ ਫਸਟ ਇਜ਼ ਹੈਡਲਾਈਟਸ ਆਫ ਵਹੀਕਲਸ ਐਜ਼ ਸ਼ੇਵਿੰਗ ਮਿਰਰਸ ਇਨ ਸੋਲਰ ਫਰਨਸ all of these। बेटा ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਅਵਤਲ ਦਰਪਣ ਹੈ ਉਹ ਕਿਹਦੇ ਵਿੱਚ ਵਰਤਿਆ ਜਾਂਦਾ ਹੈ, ਦੱਸੋ ਜਲਦੀ। ਅਵਤਲ ਦਰਪਣ ਨੂੰ ਅਸੀਂ ਕਾਫੀ ਜਿਹੜੇ ਇਹਦੇ ਯੂਜ਼ਸ ਹੈ ਸਾਡੇ ਲਈ, ਪਰ ਜਿਹੜਾ ਇਹਦਾ ਮੇਨ ਯੂਜ਼ ਆਪਾਂ ਕਰਦੇ ਹਾਂ ਹੈਡਲਾਈਟਸ ਵਿੱਚ ਕਰਦੇ ਹਾਂ, ਸ਼ੇਵਿੰਗ ਲਈ ਕਰਦੇ ਹਾਂ ਬੇਟਾ, ਔਰ ਸੂਰਜੀ ਭੱਠੀਆਂ 'ਚ ਕਰਦੇ ਹਾਂ। बेटा एक गल तुसी जरूर देखनी है, कन्फ्यूज नहीं होना, तिन्ना लई इहदे यूजेस है। इहदा मतलब साडी ऑप्शन जिहड़ी सही है वो है जिहड़ी उपरोक्त सारे। ठीक है बेटा, इदां ही मैं तुहानूं कनकेव मिरर दी यानी सारे यूजेस है, ठीक है ना, वाहनां दी हैडलाइट्स भी वरतदे आ, शेविंग्स भी वरतदे आ, सूरजी भट्टियां च भी वरतदे आ, ते इहदा मतलब इहदी ऑप्शन सही होगी उपरोक्त सारे। ठीक है बेटा, इदां ही ਹੋਰ ਵੀ ਪ੍ਰਸ਼ਨ ਤੁਹਾਨੂੰ ਇਹਦੇ ਰਿਲੇਟਡ ਪੁੱਛੇ ਜਾਣਗੇ। ਲੈਟ ਅਸ ਡਿਸਕਸ ਵਨ ਅਨਦਰ। ਠੀਕ ਹੈ, ਇਹ ਕੁਐਸਚਨ ਹੈ ਸਿੰਪਲ ਜਾ ਕਿ ਸੈਕਿੰਡ ਕੁਐਸਚਨ ਮੈਂ ਲਿਖਣਾ ਚਾਹਾਂਗੀ FeSO4 ਨੂੰ ਜੇ ਅਸੀਂ ਬ੍ਰੇਕ ਕਰੀਏ Fe2O3 plus SO2 plus SO3। ठीक है बेटा, बैलेंस की हुई है साढ़े को रिएक्शन, ਇਹਦਾ मतलब ਇਹਦੇ ਅੱਗੇ 2 ਲੱਗਾ। ਇਹਦੀਆਂ ਵੀ ਸਾਨੂੰ 4 ਆਪਸ਼ਨਸ ਉਹਨਾਂ ਨੇ ਦਿੱਤੀਆਂ ਹੋਈਆਂ ਹੈ ਕਿ ਇਹ ਅੱਗੇ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਇਹ ਕਿਹੜੀ ਕਿਸਮ ਦੀ ਰਸਾਇਣਿਕ ਕਿਰਿਆ ਹੈ, ਅਪਘਟਨ ਦੀ। ਠੀਕ ਹੈ ਬੇਟਾ, ਅਪਘਟਨ। ਠੀਕ ਹੈ, ਇਹਦੇ ਲਈ ਤੁਹਾਨੂੰ ਕਿਰਿਆਵਾਂ ਚੰਗੀ ਤਰ੍ਹਾਂ ਯਾਦ ਹੋਣੀਆਂ ਚਾਹੀਦੀਆਂ। ਅਪਘਟਨ। ਅਗਲੀ ਹੈਗੀ ਹੈ ਤੁਹਾਡੀ ਸੰਯੋਜਨ ਕਿਰਿਆ। ਠੀਕ ਹੈ ਬੇਟਾ, ਸੰਯੋਜਨ ਕਿਰਿਆ। और तीजी उन्होंने तुहाडी दित्ती है विस्थापन, विस्थापन। और लास्ट तुहाडी उन्होंने दित्ती है दोहरा विस्थापन। मतलब कि ये जिहड़ी किरिया मैं नीचे लिखी है ये किदी उदाहरण है। इस तो पहले बेटा मैं क्वेश्चन इंग्लिश भी रीड आउट करना चाहनी हाँ कि सेम इज द केमिकल इक्वेशन, मतलब ये लिख के इस टाइप ऑफ अ केमिकल रिएक्शन किदां दी है। पहली ऑप्शन अपघटन नूं कहंदे आ डिकंपोजिशन, सैकेंड कंबीनेशन संयोजन नूं, थर्ड विस्थापन नूं कहंदे हां आपां डिसप्लेसमेंट, ते दोहरा विस्थापन नूं आपां कहंदे डबल डिसप्लेसमेंट। बेटा जिद्दां कि तुहानूं प्रश्न तो ही पता चल रहा है जिहड़ी FeSO4 है ये टुट रही है, ये टुट रही है Fe2O3 च, जिन्हों आप फैरिक ऑक्साइड कहने आ, नाल ताड़ी सल्फर डाइऑक्साइड, नाल सल्फर ट्राईऑक्साइड। तो यदा मतलब ये टुट रही है तो संयोजन नहीं है, विस्थापन नहीं है, दोहरा विस्थापन नहीं है। इसका मतलब साडा जिहड़ा फर्स्ट उत्तर है दैट इज एब्सोल्यूटली करैक्ट, जिन्हों आप अपघटन कहने आ। ठीक है प्यारे विद्यार्थियों, इदां दे मल्टीपल चॉइस क्वेश्चन तुहानूं पहले 8 क्वेश्चनां चों आउणगे। मैं काफ़ी एग्जाम्पल्स तुहाडे नाल डिस्कस करना चाहनी हाँ बेटा। लैट अस टेक एन अनदर एग्जाम्पल ऑफ दिस कि जिद्दां दा सिंपल जा क्वेश्चन है, बहुत इंपॉर्टेंट है। थर्ड क्वेश्चन मैं डिस्कस करना चाहनी हाँ तुहाडे नाल। मनुखी अख दे दूर दृष्टि, मनुखी अख दे दूर दृष्टि, बेटा वैरी इंपॉर्टेंट, दूर दृष्टि ते निकट दृष्टि। मनुखी अख दे दूर दृष्टि, ठीक है, यानी आपां जिहड़े मनुखी अख दे है वो दूर दृष्टि जिहड़े रोग है, दोष है, रोग है, उस नूं किस दी सहायता नाल, किस दी सहायता नाल, किस दी सहायता नाल असी जिहड़ा है दूर किया जा सकता है। वैरी इंपॉर्टेंट क्वेश्चन कि मतलब जिहड़ा दूर दृष्टि रोग है उसनूं किता किस नाल दूर किया जा सकता है। तो इत्थे जिहड़ी पहली ऑप्शन उन्होंने दिती है वो दिती है उत्तल लैंस। किहड़ी ऑप्शन दिती है बेटा? उत्तल लैंस। दूजी ऑप्शन उन्होंने दिती है उत्तल दर्पण। बेटा कन्फ्यूजन इत्थे ही होनी है तुहानूं लैंस ते दर्पण दे विच। तीजी ऑप्शन उन्होंने देती अवतल लैंस, ठीक है बेटा। ते चौथी ऑप्शन उन्होंने देती जी अवतल दर्पण।
ਹੁਣ ਜਿਨ੍ਹਾਂ ਨੇ ਤਾਂ ਇਹ ਦਰਪਣ ਤੇ ਲੈਂਸ ਨੂੰ ਧਿਆਨ ਨਾਲ ਪੜ੍ਹਿਆ ਉਹ ਤੇ ਆਨਸਰ ਬਹੁਤ ਧਿਆਨ ਨਾਲ ਦੇ ਦੇਣਗੇ, ਪਰ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਨੇ ਲੈਂਸ ਅਤੇ ਦਰਪਣ ਦੇ ਵਿੱਚ ਬਹੁਤ ਜ਼ਿਆਦਾ ਗਲਤੀ ਕਰਨੀ ਹੈ। ਇਸ ਲਈ ਤੁਸੀਂ ਆਪਸ਼ਨਸ ਨੂੰ ਬੇਟਾ ਧਿਆਨ ਨਾਲ ਪੜ੍ਹਨਾ ਹੈ। ਪਰ ਇੱਥੇ ਇਹ ਤੋਂ ਪਹਿਲੇ ਮੈਂ ਇੰਗਲਿਸ਼ 'ਚ ਵੀ ਇਹ ਕੁਐਸਚਨ ਪੜ੍ਹਦਾ ਤੁਹਾਨੂੰ। ਬੇਟਾ ਇੰਗਲਿਸ਼ 'ਚ ਕੁਐਸਚਨ ਹੈ ਕਿ ਇਨ ਹਿਊਮਨ ਆਈ ਡਿਫੈਕਟਸ, ਤੁਹਾਨੂੰ ਪਤਾ ਦੂਰ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ? ਦੂਰ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ ਬੇਟਾ? ਦੂਰ ਨੂੰ ਇੰਗਲਿਸ਼ 'ਚ ਕਹਿੰਦੇ ਆ ਹਾਈਪਰਮੈਟ੍ਰੋਪੀਆ। ਦੂਰ ਨੂੰ ਇੰਗਲਿਸ਼ 'ਚ ਕਹਿੰਦੇ ਹਾਈਪਰਮੈਟ੍ਰੋਪੀਆ ਬੇਟਾ। ਤੇ ਜਿਹੜਾ ਦੂਰ ਦ੍ਰਿਸ਼ਟੀ ਦੋਸ਼ ਹੈ ਉਹ ਉੱਤਲ ਲੈਂਸ ਨਾਲ ਦੂਰ ਹੁੰਦਾ ਹੈ। ਇਹਦਾ ਮਤਲਬ ਸਾਡੀ ਫਸਟ ਆਪਸ਼ਨ ਰਾਈਟ ਹੈ ਬੇਟਾ। ਦਰਪਣ ਤੇ ਲੈਂਸ 'ਚ ਕਨਫਿਊਜ਼ ਨਹੀਂ ਹੋਣਾ। ਆਪਸ਼ਨ ਇੰਗਲਿਸ਼ 'ਚ ਜੇ ਮੈਂ ਪੜ੍ਹਨਾ ਚਾਹਾਂ ਤੇ ਕਨਵੈਕਸ ਲੈਂਸ, ਦੂਜੀ ਹੈਗੀ ਹੈ ਤੁਹਾਡੀ ਕਨਵੈਕਸ ਮਿਰਰ, ਤੀਜੀ ਹੈਗੀ ਹੈ ਤੁਹਾਡੀ ਕਨਕੇਵ ਲੈਂਸ ਤੇ ਚੌਥੀ ਹੈਗੀ ਹੈ ਤੁਹਾਡੀ ਕਨਕੇਵ ਮਿਰਰ। ਠੀਕ ਹੈ ਬੇਟਾ। ਅੱਗੇ ਚੌਥਾ ਪ੍ਰਸ਼ਨ ਵੀ ਮੈਂ ਤੁਹਾਡੇ ਨਾਲ ਇੱਕ ਡਿਸਕਸ ਕਰਨਾ ਚਾਹੁੰਦੀ ਹਾਂ ਬੇਟਾ। ਵੈਸੇ ਤੁਹਾਨੂੰ 8 ਪ੍ਰਸ਼ਨ ਆਣੇ ਆ, ਪਰ ਮੈਂ ਚੌਥਾ ਪ੍ਰਸ਼ਨ ਵੈਰੀ ਇੰਪੋਰਟੈਂਟ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ। 5th ਚੈਪਟਰ ਦਾ ਇਹ ਕੁਐਸਚਨ ਹੈ ਜੋ ਅੱਜ ਦੇ ਪ੍ਰੈਕਟਿਸ ਪੇਪਰ 'ਚ ਆਇਆ ਹੈ। ਆਧੁਨਿਕ ਆਵਰਤੀ ਸਾਰਣੀ ਬੇਟਾ, ਮੇਰੇ ਸਾਰੇ ਲੈਸਨ ਹੈਗੇ ਆ ਇਸ ਚੈਪਟਰ ਦੇ, ਉਹਨੂੰ ਧਿਆਨ ਨਾਲ ਦੇਖੋ। ਆਧੁਨਿਕ ਆਵਰਤੀ ਸਾਰਣੀ ਵਿੱਚ ਅਸੀਂ ਜਿਹੜਾ ਤੱਤਾਂ ਦੇ ਗੁਣ ਉਹਨਾਂ ਦੇ, ਯਾਨੀ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਡੈਸ਼ ਦੇ ਆਵਰਤੀ ਫਲਨ ਹਨ। ਪਰਮਾਣੂ ਡੈਸ਼ ਦੇ ਆਵਰਤੀ ਫੰਕਸ਼ਨ ਹਨ ਜਾਂ ਫਲਨ ਹਨ, ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ। ਇਹਦੀਆਂ ਜਿਹੜੀਆਂ 4 ਆਪਸ਼ਨਸ ਦਿੱਤੀਆਂ ਹੋਈਆਂ ਹੈ ਉਹ ਦਿੱਤੀਆਂ ਹੋਈਆਂ ਅੰਕ, ਦੂਜੀ ਆਪਸ਼ਨ ਦਿੱਤੀ ਹੈ ਤੁਹਾਨੂੰ ਪੁੰਜ, ਤੀਜੀ ਆਪਸ਼ਨ ਦਿੱਤੀ ਹੈ ਊੜਾ ਅਤੇ ਐੜਾ ਦੋਨੋਂ ਜਾਂ 1 ਤੇ 2 ਦੋਨੋਂ। ਠੀਕ ਹੈ ਬੇਟਾ। ਇਹਨਾਂ ਆਪਸ਼ਨਾਂ 'ਚ ਤੁਸੀਂ ਕਨਫਿਊਜ਼ ਹੋਣਾ। ਤੇ ਚੌਥੀ ਦਿੱਤੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ। ਤੇ ਪਿਆਰੇ ਵਿਦਿਆਰਥੀਓ, ਜਿੱਦਾਂ ਕਿ ਤੁਹਾਨੂੰ ਇਹ ਪਤਾ ਹੈ ਕਿ ਜਿਹੜੀ ਆਪਾਂ ਆਧੁਨਿਕ ਆਵਰਤੀ ਸਾਰਣੀ ਦੀ ਗੱਲ ਕਰ ਰਹੇ ਹਾਂ ਤੇ ਉੱਥੇ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕ ਦੇ ਫਲਨ ਹੁੰਦੇ ਹਨ। ਇਹਦਾ ਮਤਲਬ our first option is right ਬੇਟਾ। ਇੰਗਲਿਸ਼ 'ਚ ਵੀ ਇਹ ਕੁਐਸਚਨ ਸੁਣੋ। ਉਹਨੇ ਪਾਇਆ ਹੈ ਕੁਐਸਚਨ ਕਿ in the modern periodic table properties of elements are periodic function of their atomic number, atomic mass, both A and B or none of these। ਤਾਂ ਸਾਡਾ ਆਪਸ਼ਨ ਕੀ ਆਏਗਾ? ਅੰਕ। ਠੀਕ ਹੈ ਬੇਟਾ। ਇੱਦਾਂ ਦੇ 8 ਕੁਐਸਚਨ ਤੁਹਾਨੂੰ ਆਣਗੇ ਬੇਟਾ, ਔਰ ਯਾਨੀ ਤੁਹਾਡਾ ਜਿਹੜਾ ਭਾਗ ਊੜਾ ਹੈ ਉਹ 8 ਨੰਬਰ ਦਾ ਹੋਏਗਾ। Let us discuss another part ਜਿਹਨੂੰ ਭਾਗ ਐੜਾ ਕਵਾਂਗੇ ਆਪਾਂ। ਤੇ ਭਾਗ ਐੜੇ 'ਚ ਤੁਹਾਡੇ ਆਣਗੇ 3 ਪ੍ਰਸ਼ਨ, that is 2 into 3, 6 ਨੰਬਰ ਦਾ ਹੋਣਗਾ। 2 ਨੰਬਰ ਦੇ 3 ਪ੍ਰਸ਼ਨ ਹੋਣਗੇ, ਯਾਨੀ 9ਵਾਂ 10ਵਾਂ ਤੇ 11ਵਾਂ। ਤੇ ਆਓ ਮੈਂ ਦੇਖਾਂ ਕਿ ਅੱਜ ਜਿਹੜਾ ਸੈਂਪਲ ਪੇਪਰ ਆਇਆ ਹੈ ਉਸ ਵਿੱਚ ਇਹ ਪ੍ਰਸ਼ਨ ਕਿੱਦਾਂ ਦੇ ਲਏ ਗਏ ਹਨ ਜਾਂ ਕਿੱਦਾਂ ਦੇ ਪੇਪਰ ਵਿੱਚ ਆਉਣ ਦੀ ਤੁਹਾਨੂੰ ਆਸ ਹੈ। ਬੇਟਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਦੇਖੋ, ਪਹਿਲਾ 9ਵਾਂ ਪ੍ਰਸ਼ਨ ਵਿੱਚ ਲਿਆ ਕਿ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦੇ ਉਲਟ ਕਿਉਂ ਕਿਹਾ ਜਾਂਦਾ ਹੈ। ਜੇ ਮੈਂ ਇੰਗਲਿਸ਼ 'ਚ ਕੁਐਸਚਨ ਪੜ੍ਹਾਂ ਤੇ ਵਾਈ ਡੀਕੰਪੋਜੀਸ਼ਨ, ਅਪਘਟਨ ਨੂੰ ਇੰਗਲਿਸ਼ 'ਚ ਕਹਿੰਦੇ ਡੀਕੰਪੋਜੀਸ਼ਨ ਰਿਐਕਸ਼ਨ ਆਰ ਕਾਲਡ ਆਪੋਜ਼ਿਟ ਆਫ ਕੰਬੀਨੇਸ਼ਨ ਰਿਐਕਸ਼ਨ। ਬੇਟਾ ਇਹਨੂੰ ਐਗਜ਼ਾਮਪਲਸ ਦੇ ਨਾਲ ਅਸੀਂ ਐਕਸਪਲੇਨ ਕਰਨਾ ਹੈ। ਬੇਟਾ ਜਿੱਦਾਂ ਕਿ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਅਪਘਟਨ, ਇੱਥੇ ਮੈਂ ਤੁਹਾਡੇ ਲਈ 9th ਦਾ ਥੋੜਾ ਜਿਹਾ ਆਨਸਰ ਤੁਹਾਨੂੰ ਮੈਂਸ਼ਨ ਕਰਾਂ। ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦੇ ਉਲਟ ਕਿਉਂ ਕਿਹਾ ਜਾਂਦਾ ਹੈ? ਬੇਟਾ ਅਪਘਟਨ ਦਾ ਮਤਲਬ ਕੀ ਹੁੰਦਾ ਹੈ? ਕਿਸੇ ਦਾ ਟੁੱਟਣਾ। ਜਿੱਦਾਂ ਕਿ ਮੈਂ ਤੁਹਾਡੇ ਸਾਹਮਣੇ ਆ ਉਦਾਹਰਨ ਲੈ ਰਹੀ ਹਾਂ ਕਿ AgCl ਜਿਹੜਾ ਹੈ ਉਹ ਟੁੱਟ ਜਾਂਦਾ ਹੈ ਕਿਹਦੇ ਵਿੱਚ? Ag+ ਕਲੋਰੀਨ ਦੇ ਵਿੱਚ। ਦੋਨੋਂ ਗੈਸ ਬਣ ਜਾਂਦੀ, ਇਹ ਸੋਲਿਡ ਬਣ ਜਾਂਦਾ। ਤੇ ਬੇਟਾ ਇਹ ਰਿਐਕਸ਼ਨ ਕਿਹਦੇ ਵਿੱਚ ਹੁੰਦੀ ਹੈ? ਇਹ ਰਿਐਕਸ਼ਨ ਹੁੰਦੀ ਹੈ ਸੂਰਜ ਦੇ ਪ੍ਰਕਾਸ਼ ਦੇ ਵਿੱਚ। ਠੀਕ ਹੈ, ਸੂਰਜ ਦੇ ਪ੍ਰਕਾਸ਼ ਦੇ ਵਿੱਚ। ਬੇਟਾ ਵੈਰੀ ਇੰਪੋਰਟੈਂਟ ਦਿਸ ਰਿਐਕਸ਼ਨ 2AgCl, ਸੂਰਜ ਦੇ ਪ੍ਰਕਾਸ਼ ਦੇ ਵਿੱਚ ਇਹ ਰਿਐਕਸ਼ਨ ਹੁੰਦੀ ਹੈ ਸਾਡੀ। ਠੀਕ ਹੈ ਨਾ, 2AgCl that is। ਹਾਂ ਹੁਣ ਦੇਖੋ ਅਪਘਟਨ ਹੋ ਗਿਆ, ਡੀਕੰਪੋਜੀਸ਼ਨ ਹੋ ਗਿਆ। ਪਰ ਜੇ ਮੈਂ ਕਹਾਂ ਕਿ ਸੰਯੋਜਨ ਕਰਕੇ ਤੁਸੀਂ AgCl ਬਣਾਉਣਾ ਹੈ ਤਾਂ ਤੁਸੀਂ ਕੀ ਕਰੋਗੇ? 2AgCl 2 ਦੇ ਨਾਲ ਕੰਬਾਈਨ ਕਰਕੇ ਤੁਹਾਡਾ ਕੀ ਬਣ ਜਾਏਗਾ?
AgCl twice। ਇਹਦਾ ਮਤਲਬ ਕਿ ਅਪਘਟਨ ਰਿਐਕਸ਼ਨ ਜਿਹੜੀ ਹੈ ਉਹ ਸੰਯੋਜਨ ਕਿਰਿਆ ਦੇ ਉਲਟ ਇਸ ਲਈ ਹੁੰਦੀ ਹੈ ਕਿਉਂਕਿ ਅਪਘਟਨ ਵਿੱਚ ਜਿਹੜਾ ਪਦਾਰਥ ਟੁੱਟ ਕੇ ਉਹ ਦੋ ਤੱਤ ਬਣਾਉਂਦਾ ਹੈ, ਉਹੀ ਦੋ ਤੱਤ ਮਿਲ ਕੇ ਉਹ ਨਵਾਂ ਪਦਾਰਥ ਨੂੰ ਦੁਬਾਰਾ ਬਣਾ ਦਿੰਦੇ ਨੇ। ਬੇਟਾ ਇਹ 'ਚ ਸਭ ਤੋਂ ਇੰਪੋਰਟੈਂਟ ਇਸ ਕੁਐਸਚਨ 'ਚ ਹੈ ਕਿ ਤੁਸੀਂ ਐਗਜ਼ਾਮਪਲ ਦੇਣੀ ਹੈ। ਠੀਕ ਹੈ ਬੇਟਾ। 10th ਕੁਐਸਚਨ ਤੁਹਾਡਾ ਵੈਰੀ ਇੰਪੋਰਟੈਂਟ, ਮਨੁੱਖੀ ਅੱਖ ਦੇ ਅਨੁਕੂਲਨ ਤੋਂ ਕੀ ਭਾਵ ਹੈ ਬੇਟਾ? ਕਿ ਜਿਹੜਾ ਮਨੁੱਖੀ ਅੱਖ ਹੈ ਇਹਦਾ ਜਿਹੜਾ ਅਨੁਕੂਲਨ ਹੈ ਉਸ ਤੋਂ ਕੀ ਭਾਵ ਹੈ ਬੇਟਾ? ਇਹਦੀ ਬਹੁਤ ਹੀ ਵਧੀਆ ਡੈਫੀਨੇਸ਼ਨ ਤੁਹਾਡੇ ਇੰਪੋਰਟੈਂਟ ਪੁਆਇੰਟਸ 'ਚ ਵੀ ਹੈ 11th ਚੈਪਟਰਸ ਦੇ। ਔਰ ਮੈਂ ਇੱਕ ਵਾਰੀ ਇੰਗਲਿਸ਼ 'ਚ ਤੁਹਾਡੇ ਲਈ ਇਹ ਕੁਐਸਚਨ ਪੜ੍ਹਦਾ ਕਿ ਦੈਟ ਇਜ਼ what do you mean by the power of accommodation of an eye? ਤੇ ਇਹਦਾ ਸਿੰਪਲ ਜਿਹਾ ਉੱਤਰ ਹੈ ਕਿ ਅੱਖ ਦੀ ਉਹ ਸਮਰੱਥਾ ਜਿਸ ਦੇ ਕਾਰਨ ਉਹ ਆਪਣੀ ਫੋਕਸ ਦੂਰੀ ਅਨੁਕੂਲਿਤ ਕਰਕੇ ਨੇੜੇ ਅਤੇ ਦੂਰ ਦੀਆਂ ਵਸਤੂਆਂ ਨੂੰ ਫੋਕਸ ਕਰ ਲੈਂਦੀ ਹੈ। ਮਤਲਬ ਜੇ ਤੁਸੀਂ ਹਿੰਟ ਲਿਖਣਾ ਚਾਹੁੰਦੇ ਹੋ ਤੇ ਲਿਖ ਲਓ ਕਿ ਨੇੜੇ ਤੇ ਦੂਰ ਦੀਆਂ ਵਸਤੂਆਂ ਨੂੰ ਫੋਕਸ ਕਰ ਲੈਂਦੀ ਹੈ, ਦੂਰ ਦੀਆਂ ਵਸਤੂਆਂ ਨੂੰ ਫੋਕਸ ਕਰ ਲੈਂਦੀ ਹੈ ਔਰ ਇਸ ਨੂੰ ਆਪਾਂ ਅੱਖ ਦੀ ਅਨੁਕੂਲਨ ਸਮਰੱਥਾ ਕਹਿੰਦੇ ਹਾਂ। ਨੈਕਸਟ ਕੁਐਸਚਨ ਵੈਰੀ ਇੰਪੋਰਟੈਂਟ, ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ। ਬੇਟਾ ਇੱਥੇ ਤੁਹਾਡੇ ਲਈ ਸੋਲਵ ਕਰਨਾ ਚਾਹ ਰਹੀ ਹਾਂ 11th ਕੁਐਸਚਨ। ਬੇਟਾ ਵਕਰਤਾ ਅਰਧ ਵਿਆਸ ਯਾਨੀ R ਤੁਹਾਨੂੰ ਦਿੱਤਾ 32 ਸੈਂਟੀਮੀਟਰ। ਜੇ ਤੁਹਾਨੂੰ ਫੋਕਸ ਦੂਰੀ F ਦਾ ਫਾਰਮੂਲਾ ਪਤਾ ਹੈ R/2 ਦੈਟ ਇਜ਼ 32/2 ਦੈਟ ਇਜ਼ 16 ਸੈਂਟੀਮੀਟਰ ਤੇ 2 ਨੰਬਰ ਤੁਹਾਡੇ ਆਸਾਨੀ ਨਾਲ ਆ ਜਾਣਗੇ ਬੇਟਾ। ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਜਿਹੜਾ 11th ਕੁਐਸਚਨ ਹੈ ਯਾਨੀ ਜਿਹੜਾ ਤੁਹਾਡਾ ਪਾਠ 10ਵਾਂ ਹੈ ਉਸ ਦੇ ਫਾਰਮੂਲੇ ਯਾਦ ਕਰਨੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਵਿੱਚੋਂ ਨਿਊਮੈਰੀਕਲਸ ਆਣਗੇ ਹੀ ਆਣਗੇ। ਠੀਕ ਹੈ। ਅੱਗੇ ਗੱਲ ਕਰਦੇ ਹਾਂ ਭਾਗ ਈਡੀ ਦੀ। ਭਾਗ ਈਡੀ 'ਚ ਤੁਹਾਡੇ ਕੋਲ 2 ਪ੍ਰਸ਼ਨ ਹੋਣੇ ਹੈ 3 ਨੰਬਰ ਦੇ ਯਾਨੀ 6 ਮਾਰਕਸ ਟੋਟਲ ਦਾ ਭਾਗ ਈਡੀ ਜਿਹੜਾ ਹੈ ਉਹ। ਇਸ ਵਿੱਚ ਜਿਹੜਾ ਅੱਜ ਦੇ ਪ੍ਰੈਕਟਿਸ ਪ੍ਰਸ਼ਨ 'ਚ ਮਤਲਬ ਜਿਹੜਾ ਕੁਐਸਚਨ ਪਾਇਆ ਹੈ ਉਹ ਪਾਇਆ ਗਿਆ ਹੈ ਕਿ ਹੇਠ ਲਿਖੀਆਂ ਰਸਾਇਣਿਕ ਸਮੀਕਰਨਾਂ ਨੂੰ ਸੰਤੁਲਿਤ ਕਰੋ। ਬੇਟਾ 3 ਰਿਐਕਸ਼ਨ ਉਹਨਾਂ ਨੇ ਦਿੱਤੀਆਂ ਹੋਈਆਂ ਹੈ ਤੇ 3 ਨੰਬਰ ਦਾ ਹੀ ਇਹ ਕੁਐਸਚਨ ਹੈ ਤਾਂ ਤੁਸੀਂ ਉਸ ਨੂੰ ਸੰਤੁਲਿਤ ਕਰਨਾ ਹੈ। ਕੋਈ ਵੀ ਰਿਐਕਸ਼ਨ ਪੇਪਰ 'ਚ ਆ ਸਕਦੀ ਹੈ ਇਸ ਲਈ ਤੁਸੀਂ ਘਬਰਾਉਣਾ ਨਹੀਂ ਹੈ। ਜਿੱਦਾਂ ਕਿ ਮੰਨ ਲਓ ਪੇਪਰ 'ਚ ਆਹੀ ਰਿਐਕਸ਼ਨ ਆ ਜਾਂਦੀ ਹੈ Cu+O2 gives you CuO ਤੇ ਇਸ ਨੂੰ ਸੰਤੁਲਿਤ ਕਰਨ ਦੀ ਵੀ ਵੀਡੀਓ ਮੈਂ ਪਾਈ ਹੋਈ ਹੈ ਬੇਟਾ ਔਰ ਇਸ ਨੂੰ ਸੰਤੁਲਿਤ ਕਰਾਂਗੇ ਤਾਂ ਇੱਥੇ ਵੀ 2 ਆਏਗਾ ਤੇ ਇੱਥੇ ਵੀ 2 ਆਏਗਾ। ਠੀਕ ਹੈ ਪਿਆਰੇ ਵਿਦਿਆਰਥੀਓ। ਜੇ ਮੈਂ ਅਗਲੀ ਗੱਲ ਕਰਾਂ ਤੇ ਆ ਵੀ ਉਹਨਾਂ ਨੇ ਪਾਈ ਹੋਈ ਹੈ NaCl plus AgNO3 gives you AgCl plus NaNO3। ਅੱਧਿਆਂ ਨੇ ਤਾਂ ਵੀ ਇਹਦੇ ਅੱਗੇ ਵੀ 2 ਜਾਂ 1 ਲਾ ਦੇਣਾ। ਬੇਟਾ ਧਿਆਨ ਨਾਲ ਦੇਖੋ, ਇੱਧਰ ਵੀ Na ਹੈ ਇੱਧਰ ਵੀ Na ਹੈ, ਇੱਧਰ ਵੀ 1 Cl ਹੈ ਇੱਧਰ ਵੀ 1 Cl ਹੈ, ਇੱਧਰ ਵੀ 1 Ag ਹੈ ਇੱਧਰ ਵੀ 1 Ag ਹੈ, ਇੱਧਰ ਵੀ 1 Na3 ਹੈ 1 ਹੈ। ਇਹਦਾ ਮਤਲਬ ਇਹ ਸਮੀਕਰਨ ਆਲਰੇਡੀ ਸੰਤੁਲਿਤ ਹੈ। ਇਹਨੂੰ ਨਾ ਸੰਤੁਲਿਤ ਕਰਨ ਬਹਿ ਜਿਓ। ਠੀਕ ਹੈ ਪਿਆਰੇ ਵਿਦਿਆਰਥੀਓ। ਅੱਛਾ ਜੀ, ਹੁਣ ਅਗਲੀ ਆਪਾਂ ਕਿਹੜੀ ਲਵਾਂਗੇ? ਕੋਈ ਵੀ ਲੈ ਸਕਦੇ ਹਾਂ। ਹੋਰ ਜਿਹੜੀ ਵੀ ਸਮੀਕਰਨ ਮਤਲਬ ਉਹਨਾਂ ਨੇ ਬੁੱਕ 'ਚ ਪਾਈ ਹੈ ਤੁਹਾਨੂੰ ਦਿੱਤੀ ਹੈ। ਬੇਟਾ ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ ਕਿ 1 ਨੰਬਰ ਦੇ ਵਿੱਚ ਵੀ ਉਹਨਾਂ ਨੇ ਨਾ ਇੱਕ ਪ੍ਰਸ਼ਨ ਪਾਇਆ ਬੇਟਾ। ਉਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਪਰ ਉਹ ਆਮ ਵਿਦਿਆਰਥੀਆਂ ਨੂੰ ਸਮਝ ਨਹੀਂ ਆਉਂਦੀ ਔਰ ਵਿਦਿਆਰਥੀ ਕਹਿੰਦੇ ਕਿ ਇਹ ਕੀ ਪਾ ਦਿੱਤਾ ਹੈ ਬੇਟਾ। ਬੇਟਾ ਕੁਐਸਚਨ ਉਹਨਾਂ ਨੇ ਪਾਇਆ ਕਿ ਪਿੰਜਰ ਰਸਾਇਣਿਕ, ਨਾਮ ਲਿਖਣ ਜਾ ਰਹੀ ਹਾਂ, ਪਿੰਜਰ ਸਕੈਲਟਨ ਇੰਗਲਿਸ਼ 'ਚ ਕਹਿੰਦੇ ਸਕੈਲਟਨ। ਪਿੰਜਰ ਜਿਹੜੀ ਰਸਾਇਣਿਕ ਸਮੀਕਰਨ ਹੈ ਨਾ, ਜਿਹੜੀ ਪਿੰਜਰ ਰਸਾਇਣਿਕ ਸਮੀਕਰਨ ਹੈ ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਸੰਤੁਲਿਤ ਸਮੀਕਰਨ, ਅਸੰਤੁਲਿਤ ਸਮੀਕਰਨ, ਊੜਾ ਅਤੇ ਐੜਾ ਦੋਵੇਂ, ਇਹਨਾਂ ਵਿੱਚੋਂ ਕੋਈ ਨਹੀਂ। ਬੇਟਾ ਪਿੰਜਰ ਹੁੰਦੀ ਹੈ ਲਾਈਕ ਇੱਦਾਂ ਜਿੱਦਾਂ ਆਪਾਂ ਵਿਦਾਊਟ ਬੈਲੈਂਸਿੰਗ ਆਪਾਂ ਲਿਖ ਦਈਏ। ਲਾਈਕ ਮੈਂ ਲਿਖਦੀ ਪਈ ਹਾਂ Fe H2O gives you Fe3O4 plus H2। This is your skeleton chemical reaction। ठीक है बेटा। skeleton यानी पिंजर,
ਜਦੋਂ ਤੁਸੀਂ ਇਹਨੂੰ ਬੈਲੈਂਸ ਕੀਤਾ, ਚਲੋ ਹੁਣ ਮੈਂ ਤੁਹਾਨੂੰ ਬੈਲੈਂਸਿੰਗ ਦੇ ਪਾਸੇ ਨਹੀਂ ਪਵਾਂਗੀ, ਉੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਬੈਲੈਂਸਿੰਗ ਕਰਕੇ ਇੱਦਾਂ 4 ਇੱਥੇ ਆ। ਤਾਂ ਦਿਸ ਰਿਐਕਸ਼ਨ, ਹੁਣ ਇਹਨੂੰ ਆਪਾਂ ਪਿੰਜਰ ਨਹੀਂ ਕਵਾਂਗੇ, ਜਾਂ ਇਹਨੂੰ ਆਪਾਂ ਕਵਾਂਗੇ ਬੈਲੈਂਸਡ ਕੈਮੀਕਲ ਰਿਐਕਸ਼ਨ, ਯਾਨੀ ਸੰਤੁਲਿਤ। ਠੀਕ ਹੈ ਬੇਟਾ। ਇੱਕ ਕੁਐਸਚਨ ਮੈਂ ਤੁਹਾਡਾ ਇਹਦੇ ਨਾਲ ਹੋਰ ਡਿਸਕਸ ਕਰਨਾ ਚਾਹੁੰਦੀ ਹਾਂ, ਜਿਹੜਾ ਅੱਜ ਦੇ ਸੈਂਪਲ ਪੇਪਰ 'ਚ ਆਇਆ ਐਂਡ ਵੈਰੀ ਇੰਪੋਰਟੈਂਟ ਕੁਐਸਚਨ। ਜਿੱਦਾਂ ਕਿ ਆਹ ਚਾਰਟ ਦਿੱਤਾ ਹੈ ਜੀ, ਗਰੁੱਪ 5ਵੇਂ ਲੈਸਨ ਦਾ ਕੁਐਸਚਨ ਪਾਇਆ ਜੀ 3 ਨੰਬਰ 'ਚ। ਇਹ ਵੀ ਥੋੜਾ ਆਈਡੀਆ ਲੈ ਲਿਓ ਕਿ ਕਿਹੜੇ ਕਿਹੜੇ ਲੈਸਨ ਦੇ ਕੁਐਸਚਨ ਉਹਨਾਂ ਨੇ 2 ਨੰਬਰ 'ਚ ਜਾਂ 3 'ਚ ਪਾਏ ਹੈ। ਬੇਟਾ ਇੱਥੇ ਉਹਨਾਂ ਨੇ ਗਰੁੱਪ ਏ ਦਾ ਇੱਥੇ ਬੀ ਲਿਖਤਾ ਹੈ ਜੀ, ਇੱਥੇ ਲਿਖਤਾ ਹੈ ਜੀ ਏ, ਸੌਰੀ ਇਹ ਥੋੜਾ ਮੈਂ ਤੁਹਾਡੇ ਨਾਲ ਸਹੀ ਕਰਨ ਜਾ ਰਹੀ ਹਾਂ, ਇੱਥੇ ਨਹੀਂ ਏ ਲਿਖਿਆ ਉਹਨਾਂ ਨੇ ਲਿਖਿਆ ਜੀ ਏ, ਇਹਦੇ ਇੱਥੇ ਇੱਥੇ ਪਾਈ ਹੈ ਜੀ ਡੈਸ਼। ਠੀਕ ਹੈ, ਇੱਥੇ ਲਿਖਿਆ ਜੀ ਏ ਡੈਸ਼ ਦੇ ਸਾਹਮਣੇ, ਥੱਲੇ ਪਾਈ ਹੈ ਡੈਸ਼ ਔਰ ਥੱਲੇ ਪਾਈ ਸੀ। ਬੇਟਾ ਜੀ ਉਹਨਾਂ ਨੇ 3 ਪ੍ਰਸ਼ਨ ਪੁੱਛੇ ਹੈ। ਇੰਗਲਿਸ਼ ਮੀਡੀਅਮ ਤੁਹਾਡੇ ਲਈ ਵੀ ਸੇਮ ਹੀ ਹੈ ਵੀ। ਉਹਨਾਂ ਨੇ ਪੁੱਛਿਆ ਕਿ 3 ਐਲੀਮੈਂਟਸ ABC ਇਨ ਦਾ ਪੀਰੀਓਡਿਕ ਟੇਬਲ ਆਰ ਸ਼ੋਨ। 3 ਐਲੀਮੈਂਟਸ ਸਾਨੂੰ ਸ਼ੋ ਕੀਤੇ ਆ। ਤੁਸੀਂ ਦੱਸਣਾ ਜੀ ਪਹਿਲੇ ਨੰਬਰ ਤੇ A ਧਾਤ ਹੈ ਕਿ ਅਧਾਤ, ਵੈਦਰ ਸਾਈਜ਼ B ਇਜ਼ ਲਾਰਜਰ ਔਰ ਸਮਾਲਰ ਦੈਨ A, ਸਟੇਟ ਵੈਦਰ C ਇਜ਼ ਮੋਰ ਰਿਐਕਟਿਵ ਔਰ A। ਪੰਜਾਬੀ 'ਚ ਪੜ੍ਹਨਾ ਚਾਹ ਰਹੀ ਹਾਂ, A ਧਾਤ ਹੈ ਜਾਂ ਅਧਾਤ, ਕਿ B ਨਾਲੋਂ C ਸਾਈਜ਼ ਵੱਡਾ ਹੈ ਜਾਂ ਛੋਟਾ। ਦੱਸੋ ਕਿ A ਦੇ ਟਾਕਰੇ 'ਚ C ਵੱਧ ਕਿਰਿਆਸ਼ੀਲ ਹੈ ਜਾਂ ਘੱਟ। ਤੇ ਮੈਂ ਸਿਰਫ ਤੁਹਾਡੇ ਨਾਲ ਪਹਿਲਾ ਕੁਐਸਚਨ ਡਿਸਕਸ ਕਰਨਾ ਹੈ ਕਿ A ਧਾਤ ਹੈ, ਕਿ A ਜਿਹੜਾ ਹੈ ਉਹ ਧਾਤ ਹੈ ਜਾਂ ਅਧਾਤ। ਬੇਟਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਨੀ ਰਿਵੀਜ਼ਨ ਹੋ ਚੁੱਕੀ ਹੈ ਕਿ ਜਿਹੜਾ ਗਰੁੱਪ 17 ਹੈ ਤੇ ਗਰੁੱਪ 18 ਹੈ, ਗਰੁੱਪ 17 ਹੁੰਦਾ ਹੈਲੋਜਨਸ ਦਾ। ਹੈਲੋਜਨਸ ਪਤਾ ਤੁਹਾਨੂੰ ਕਿਹੜੇ ਹੁੰਦੇ? ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ। ਤੇ ਜਿਹੜੇ ਹੈਲੋਜਨਸ ਹੁੰਦੇ ਨੇ ਉਹ ਅਧਾਤਾਂ ਹੁੰਦੀਆਂ ਨੇ। ਜਿਹੜਾ ਇਹਦਾ ਐੜਾ ਤੇ ਈੜੀ ਭਾਗ ਹੈ, ਹੁਣੇ ਹੀ ਵੀਡੀਓਜ਼ ਦੇਖੋ ਸਾਰੀਆਂ 5th ਲੈਸਨ ਦੀਆਂ, 1st ਲੈਸਨ ਦੀਆਂ, 10th ਲੈਸਨ ਦੀਆਂ। ਬੇਟਾ ਆਲ ਵੀਡੀਓਜ਼ ਆਰ ਅਵੇਲੇਬਲ। ਦੇਖੋ, ਬੁੱਕਸ ਨੂੰ ਪੜ੍ਹੋ, ਫੋਲੋ ਬੁੱਕਸ, ਟੀਚਰਸ ਦੀ ਹੈਲਪ ਲਓ ਔਰ ਇਸ ਬਾਈ ਮੰਥਲੀ ਟੈਸਟ ਨੂੰ ਇੱਕ ਅੱਛਾ ਰਿਜ਼ਲਟ ਦੇ ਕੇ ਸਾਨੂੰ ਵੀ ਸਕਸੈਸਫੁਲ ਬਣਾਓ ਤੇ ਆਪ ਵੀ ਸਕਸੈਸਫੁਲ ਬਣੋ। ਹੋਪ ਕਰਦੀ ਹਾਂ ਕਿ ਇਹ ਸਟ੍ਰੈਟਜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਔਰ ਤੁਸੀਂ ਕਿੱਦਾਂ ਪੇਪਰ ਨੂੰ ਅਟੈਂਪਟ ਕਰਨਾ ਹੈ ਉਹ ਵੀ ਗੱਲ ਤੁਹਾਨੂੰ ਸਮਝ ਆ ਗਈ ਹੈ। ਟਿਲ ਦੈਨ, ਗੁੱਡ ਬਾਏ, ਟੇਕ ਕੇਅਰ।